नमस्कार, आदाब, सत श्री अकाल। बच के रहना दे अज दे एपीसोड दे विच असीं तुहानूं एक बहुत ही इंपॉर्टेंट डॉक्टर साहब नाल मिलान जा रहे हैं। डॉक्टर शैलेंद्र शर्मा जी MBBS ने, MD ने और अपना हॉस्पिटल रन कर रहे हैं। अजकल जो चिकनगुनिया और डेंगी का जो प्रकोप फैलिया होया है उसके मुताबिक असीं गल करांगे। सब तो पहले मैं वेलकम करना डॉक्टर शैलेंद्र शर्मा जी ने। डॉक्टर साहब तुहाडा बहुत बहुत वेलकम है साडे इस प्रोग्राम दे विच। डॉक्टर साहब तुसीं सानूं दस सकदे जे कि चिकनगुनिया ते डेंगी जिन्हां दा अजकल बड़ा प्रकोप है, ये चीज़ की है, ये है कि बीमारी की है? ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਕਰਦਾ ਬਾਬਾ ਜੀ ਦੇ ਥਰੂ ਔਰ ਬਾਬਾ ਜੀ ਦੇ ਨਾਲ ਜਿਹੜੇ ਜੁੜੇ ਨੇ ਸਰੋਤਾ ਜਿਹੜੇ ਉਹਨਾਂ ਦੇ ਪ੍ਰੋਗਰਾਮ ਬੜੇ ਅੱਛੇ ਤਰੀਕੇ ਨਾਲ ਦੇਖਦੇ ਨੇ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ ਔਰ ਆਦਾਬ। ਸੋ ਜੋ ਤੁਸੀਂ ਸਵਾਲ ਪੁੱਛਿਆ ਬੜਾ ਇੰਪੋਰਟੈਂਟ ਸਵਾਲ ਹੈ ਕਿਉਂਕਿ ਦਿਸ ਇਜ਼ ਦਾ ਹੌਟ ਟੌਪਿਕ ਥੀਸ ਡੇਜ਼ ਬਿਕਾਜ਼ ਮੋਸਟ ਆਫ ਦਾ ਪੀਪਲ ਦੇ ਆਰ ਸਫਰਿੰਗ ਫਰੋਮ ਥੀਸ ਪ੍ਰੋਬਲਮਸ। ਸੋ ਬਹੁਤ ਸਾਰੇ ਲੋਕ ਇਸ ਚੀਜ਼ ਦੇ ਨਾਲ ਹਸਪੀਟਲਾਂ 'ਚ ਭਰੇ ਪਏ ਨੇ, ਜਗ੍ਹਾ ਕੋਈ ਨਹੀਂ ਹੈ ਹਸਪੀਟਲ 'ਚ ਰਹਿਣ ਨੂੰ। ਸੋ ਜ਼ਿਆਦਾ ਉਹਦਾ ਕਾਰਨ ਇਹ ਹੈ ਵੀ ਮੌਸਮ ਦੇ ਹਿਸਾਬ ਨਾਲ ਇਹ ਵੈਦਰ ਜਦੋਂ ਬਰਸਾਤ ਜ਼ਿਆਦਾ ਹੋਈ ਹੈ ਔਰ ਜਗ੍ਹਾ ਜਗ੍ਹਾ 'ਤੇ ਪਾਣੀ ਖੜਾ ਹੋਇਆ ਔਰ ਫਰੈਸ਼ ਵਾਟਰ ਦੇ ਵਿੱਚ ਜਿਹੜਾ ਮੱਛਰ ਪੈਦਾ ਹੁੰਦਾ ਹੈ ਜਿਹਨੂੰ ਅਸੀਂ ਏਡੀਜ਼ ਮੱਛਰ ਕਹਿੰਦੇ ਹਾਂ, ਉਹਦੀਆਂ ਅਲੱਗ-ਅਲੱਗ ਟਾਈਪਸ ਨੇ ਜਿਹੜੀਆਂ ਇਹ ਬਿਮਾਰੀ ਨੂੰ ਪੈਦਾ ਕਰਦੀਆਂ। ਮੱਛਰ ਬਿਮਾਰੀ ਨਹੀਂ ਪੈਦਾ ਕਰਦਾ, ਮੱਛਰ ਦਾ ਉਹਦਾ ਵੈਕਟਰ ਹੈ। ਬਿਮਾਰੀ ਜਿਹੜਾ ਪੈਦਾ ਕਰਦਾ ਉਹ ਵਾਇਰਸ ਹੈ ਜਿਹੜਾ ਉਹ ਉਹਨੂੰ ਕੈਰੀ ਕਰਦਾ। ਸੋ ਮੱਛਰ ਦਾ ਕੰਮ ਸਿਰਫ ਉਹਨੂੰ ਢੋਣਾ ਹੀ ਹੈ। ਉਹ ਆਪਣੇ ਮੋਢਿਆਂ 'ਤੇ ਚੁੱਕ ਕੇ ਉਹ ਬਿਮਾਰੀ ਪਾਣੀ 'ਚੋਂ ਚੁੱਕਦਾ ਵਾ ਔਰ ਇੱਕ ਐਨੀਮਲ ਤੋਂ ਦੂਸਰੇ ਐਨੀਮਲ ਨੂੰ ਦਿੰਦਾ ਵਾ। ਇਹ ਐਨੀਮਲ ਤੋਂ ਵੀ ਮਿਲ ਸਕਦੀ ਹੈ ਜਿਸ ਤਰ੍ਹਾਂ ਬੰਦਰ ਵਗੈਰਾ ਮੰਕੀਜ਼ ਤੋਂ, ਜਾਂ ਇਹ ਜਿਹੜੇ ਬਗਸ ਨੇ ਉੱਥੋਂ ਵੀ ਮਿਲ ਸਕਦੀ ਹੈ ਔਰ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਵੀ ਮਿਲ ਜਾਂਦੀ ਹੈ। ਸੋ ਇਹ ਜਿਹੜਾ ਡੇਂਗੀ ਫੀਵਰ ਹੈ ਉਹਦੇ ਵਿੱਚ ਤੇ ਚਿਕਨਗੁਨੀਆ ਫੀਵਰ ਦੇ ਵਿੱਚ ਕੁਝ ਸਿਮਿਲੈਰਿਟੀਜ਼ ਵੀ ਨੇ ਤੇ ਕੁਝ ਡਿਸਸਿਮਿਲੈਰਿਟੀਜ਼ ਵੀ ਨੇ। ਸਿਮਿਲੈਰਿਟੀਜ਼ ਇਹ ਨੇ ਕਿ ਦੋਨਾਂ 'ਚ ਬੁਖਾਰ ਹੁੰਦਾ ਹੈ, ਦੋਨਾਂ 'ਚ ਸਿਰ ਪੀੜ ਹੁੰਦਾ ਹੈ, ਦੋਨਾਂ 'ਚ ਘਬਰਾਹਟ ਹੁੰਦੀ ਹੈ, ਦੋਨਾਂ 'ਚ ਸਮੈਲ ਨੱਕ ਦੀ ਘਟ ਜਾਂਦੀ ਹੈ, ਜੀਭ ਦਾ ਸਵਾਦ ਘਟ ਜਾਂਦਾ, ਭੁੱਖ ਘਟ ਜਾਂਦਾ, ਦੋਨਾਂ ਦੇ ਵਿੱਚ ਬੋਡੀ ਦੇ ਵਿੱਚ ਰੈਸ਼ ਨਿਕਲ ਜਾਂਦਾ ਔਰ ਦੋਨਾਂ ਦੇ ਵਿੱਚ ਹਾਈ ਗ੍ਰੇਡ ਫੀਵਰ ਹੁੰਦਾ ਔਰ ਦੋਨਾਂ ਦੇ ਵਿੱਚ ਇਨਕਿਊਬੇਸ਼ਨ ਪੀਰੀਅਡ ਵੀ ਆਲਮੋਸਟ ਸੇਮ ਹੈ। ਬਟ ਫਰਕ ਸਿਰਫ ਇੰਨਾ ਕੁ ਹੈ ਵੀ ਜਿਹੜਾ ਡੇਂਗੀ ਹੈ ਉਹਦੇ ਵਿੱਚ GI ਸਿੰਪਟਮਸ, ਗੈਸਟ੍ਰੋਐਂਟਰਾਈਟਸ, ਨੋਜ਼ੀਆ, ਵੋਮਿਟਿੰਗ ਔਰ ਰੈਸ਼ ਜ਼ਿਆਦਾ ਹੁੰਦਾ ਤੇ ਜਿਹੜਾ ਚਿਕਨਗੁਨੀਆ ਉਹਦੇ 'ਚ ਜੁਆਇੰਟ ਪੇਨ ਜ਼ਿਆਦਾ ਦੇਰ ਤੱਕ ਰਹਿੰਦੇ ਨੇ। ਸੋ ਮੈਂ ਇਸ ਸਵਾਲ ਦਾ ਜਵਾਬ ਮੈਂ ਕੋਸ਼ਿਸ਼ ਕੀਤੀ ਹੈ ਵੀ ਇਹਨੂੰ ਪੂਰੇ ਤਰੀਕੇ ਨਾਲ ਦੱਸ ਦੇਵਾਂ। ਡਾਕਟਰ ਸਾਹਿਬ ਤੁਸੀਂ ਚਿਕਨਗੁਨੀਆ ਔਰ ਡੇਂਗੂ ਦੇ ਆਪਸੀ ਰਿਲੇਸ਼ਨ ਨੂੰ ਵੀ ਬੜੇ ਅੱਛੇ ਤਰੀਕੇ ਨਾਲ ਸਾਨੂੰ ਦੱਸ ਦਿੱਤਾ। ਉਹਦੇ ਵਿੱਚ ਕੀ ਸਿੰਪਟਮਸ ਆਉਂਦੇ ਨੇ ਤੁਸੀਂ ਉਹ ਵੀ ਸਾਨੂੰ ਦੱਸ ਦਿੱਤੇ ਨੇ। ਡਾਕਟਰ ਸਾਹਿਬ ਤੁਸੀਂ ਸਾਨੂੰ ਇਹ ਦੱਸੋ, ਅਗਰ ਕਿਸੇ ਨੂੰ ਇਹ ਸਿੰਪਟਮ ਆਉਂਦੇ ਨੇ ਇਹਦਾ ਕੋਈ ਡਾਇਗਨੋਸਿਸ ਵਾਸਤੇ ਕੋਈ ਟੈਸਟ ਵਗੈਰਾ ਵੀ ਹੈਗੇ ਨੇ? ਬਾਬਾ ਸਾਹਿਬ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਵੀ ਕਨਫਿਊਜ਼ਨ ਕਿਉਂਕਿ ਕਾਫੀ ਸਿਮਿਲੈਰਿਟੀਜ਼ ਨੇ, ਇੱਕ ਦੋ ਡਿਸਸਿਮਿਲੈਰਿਟੀਜ਼ ਨੇ, ਜ਼ਿਆਦਾ ਸਿਮਿਲੈਰਿਟੀਜ਼ ਨੇ। ਸੋ ਸਵਾਲ ਇਸ ਕਰਕੇ ਲੌਜਿਕ ਹੈ ਵੀ ਪਤਾ ਕੀ ਲੱਗੇਗਾ ਬੰਦੇ ਨੂੰ ਵੀ ਡੇਂਗੂ ਹੈ ਕਿ ਚਿਕਨਗੁਨੀਆ ਹੈ। ਸੋ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਡੇਂਗੂ ਹੈ ਉਹ ਬੱਚਿਆਂ 'ਚ ਘੱਟ ਹੁੰਦਾ, ਬੱਚੇ ਸਪੇਅਰਡ ਨੇ ਰੱਬ ਵੱਲੋਂ ਹੀ। ਤੋ ਬਟ ਮਿਡਲ ਏਜ 'ਚ ਜ਼ਿਆਦਾ ਹੁੰਦਾ, ਵਰਕਿੰਗ ਗਰੁੱਪ 'ਚ ਜ਼ਿਆਦਾ ਹੁੰਦਾ ਕਿਉਂਕਿ ਸਵੇਰੇ ਸ਼ਾਮ ਕੱਟਦਾ, ਲੋਕੀ ਕੰਮ ਤੇ ਜਾਂਦੇ ਨੇ ਸਵੇਰੇ ਸ਼ਾਮ, ਉਹਨਾਂ ਨੂੰ ਜ਼ਿਆਦਾ ਇਫੈਕਟ ਕਰਦਾ। ਚਿਕਨਗੁਨੀਆ ਜ਼ਿਆਦਾਤਰ ਉਹਨਾਂ ਨੂੰ ਹੁੰਦਾ ਜਿਹੜੇ ਲੋਕ ਬੱਚੇ ਨੇ ਛੋਟੇ, ਟੋਡਲਰਸ ਕਹਿ ਲਓ ਤੁਸੀਂ, ਛੋਟਾ ਜ਼ਮੀਨ ਤੇ ਰਿੜਦੇ ਨੇ ਉਹਨਾਂ ਨੂੰ ਕਿਉਂਕਿ ਡੇ ਟਾਈਮ ਕੱਟਦਾ ਮੱਛਰ। ਤੋ ਦੂਸਰਾ ਬਜ਼ੁਰਗਾਂ ਨੂੰ ਔਰ ਜੁਆਇੰਟ ਪੇਨ ਉਹਨਾਂ ਨੂੰ ਜ਼ਿਆਦਾ ਹੁੰਦੀਆਂ। ਸੋ ਇਹਨਾਂ ਦੇ ਵਿੱਚ ਜੇ ਅਸੀਂ ਟੈਸਟ ਕਰਾਉਂਦੇ ਹਾਂ ਸੋ ਦੋਨਾਂ ਦੇ ਵਿੱਚ ਫਰਕ ਹੈ ਵੀ ਜਿਹੜਾ ਡੇਂਗੂ ਹੈ ਉਹਦੇ 'ਚ ਰੈਸ਼ ਜ਼ਿਆਦਾ ਬੋਡੀ ਤੇ, ਮੈਕੂਲੋਪੈਪੂਲਰ ਰੈਸ਼ ਹੁੰਦਾ, ਚੌਥੇ ਦਿਨ ਪੰਜਵੇਂ ਦਿਨ ਜ਼ਿਆਦਾਤਰ ਹੁੰਦਾ ਤੇ ਦੂਸਰੇ ਕੇਸ 'ਚ ਵੀ ਰੈਸ਼ ਹੁੰਦਾ ਪਰ ਇੰਨਾ ਜ਼ਿਆਦਾ ਪ੍ਰੀਡੋਮੀਨੈਂਟ ਨਹੀਂ ਹੁੰਦਾ। ਸੋ ਮੂੰਹ ਮਾ ਪੱਕ ਜਾਣਾ, ਗਲਾ ਦੁਖਣਾ ਔਰ ਗਲੇ ਦੇ ਪਿੱਛੇ ਪੱਕ ਜਾਣਾ ਇਹ ਜ਼ਿਆਦਾਤਰ ਡੇਂਗੂ 'ਚ ਹੁੰਦਾ, ਚਿਕਨਗੁਨੀਆ 'ਚ ਘੱਟ ਹੁੰਦਾ। ਸੋ ਸਵੇਰਿਟੀ ਜਿਹੜੀ ਹੈ, ਸਵੇਰਿਟੀ ਵਾਈਜ਼ ਡੇਂਗੂ ਦਾ ਸਾਰੇ ਸਰੀਰ ਤੇ ਜ਼ਿਆਦਾ ਅਸਰ ਹੈ, ਚਿਕਨਗੁਨੀਆ ਦਾ ਜ਼ਿਆਦਾਤਰ ਜੋੜਾਂ ਤੇ ਅਸਰ ਹੈ। ਸੋ ਦੂਸਰਾ ਇਹਦੇ 'ਚ ਜਿਹੜੇ ਟੈਸਟ ਨੇ ਜ਼ਿਆਦਾਤਰ ਅਸੀਂ ਦੋ ਤਰ੍ਹਾਂ ਦੇ ਟੈਸਟ ਕਰਾਉਂਦੇ ਹਾਂ। ਆਮ ਜੋ ਅਵੇਲੇਬਲ ਹੈ NS1 ਐਂਟੀਜਨ ਡੇਂਗੂ, ਉਹ ਅਸੀਂ ਪਹਿਲੇ ਦਿਨ ਦੂਜੇ ਦਿਨ ਵੈਸੇ ਨੋਰਮਲੀ ਨਹੀਂ ਕਰਾਈਦਾ, ਤੀਜੇ ਚੌਥੇ ਦਿਨ ਕਰਾਈਦਾ। ਚੌਥੇ ਦਿਨ ਜਾ ਕੇ IgM ਸੀਰਮ ਟੈਸਟ ਜਿਹੜਾ ਐਂਟੀਬੋਡੀ ਉਹ ਪੋਜ਼ਿਟਿਵ ਆਉਂਦਾ, ਉਹ ਦੋਨੋਂ ਕੇਸਿਸ 'ਚ ਹੀ ਆਉਂਦਾ। ਦੂਸਰਾ ਜਿਹੜਾ ਇੱਕ ਟੈਸਟ RT-PCR ਟੈਸਟ ਉਹ ਅਸੀਂ ਪਹਿਲੇ ਦਿਨ ਵੀ ਕਰਾਈਏ ਤੇ ਉਹ ਕਈ ਵਾਰੀ
ਵਾਰੀ ਪੋਜ਼ਿਟਿਵ ਆ ਜਾਂਦਾ ਹੈ। ਸੋ ਕਲੀਨਿਕਲੀ ਡਿਫਰੈਂਸ਼ੀਏਟ ਕਰਨਾ ਬੜਾ ਆਸਾਨ ਹੈ ਔਰ ਸੀਰੋਲੋਜੀਕਲੀ ਡਿਫਰੈਂਸ਼ੀਏਟ ਔਰ ਇਹਨੂੰ ਪ੍ਰੂਵ ਕਰਨਾ ਮੁਸ਼ਕਿਲ ਹੈ। ਬਟ ਇਹਦੇ ਜਿਹੜੇ ਬਲੱਡ ਟੈਸਟ ਨੇ ਉਹ ਜਦੋਂ ਚੌਥੇ ਦਿਨ, ਪੰਜਵੇਂ ਦਿਨ, ਈਵਨ 6ਵੇਂ ਦਿਨ ਤੋਂ ਬਾਅਦ ਬੋਡੀ ਦੇ ਸੈੱਲਾਂ ਤੇ ਇਫੈਕਟ ਆਉਣਾ ਸ਼ੁਰੂ ਹੋ ਜਾਂਦਾ ਹੈ। ਸੈੱਲ ਪੇਸ਼ੈਂਟ ਦੇ ਦੋਨਾਂ ਦੇ ਵਿੱਚ ਘਟ ਜਾਂਦੇ ਨੇ ਔਰ ਪਲੇਟਲੈਟਸ ਜ਼ਿਆਦਾਤਰ ਡੇਂਗੂ ਫੀਵਰ ਦੇ ਵਿੱਚ ਜ਼ਿਆਦਾ ਘਟਦੇ ਨੇ ਔਰ ਦੂਸਰੇ ਫੀਵਰ 'ਚ ਵੀ ਘਟਦੇ ਨੇ, ਪਰ ਡੇਂਗੂ 'ਚ ਤਾਂ ਡਰਾਮੈਟਿਕਲੀ ਡਾਊਨ ਹੋ ਜਾਂਦੇ ਨੇ। ਸੋ ਇਸ ਤਰੀਕੇ ਨਾਲ ਅਸੀਂ ਟੈਸਟ ਕਰਾਈਏ ਚੌਥੇ ਦਿਨ ਜਾਂ ਤੀਜੇ ਦਿਨ, ਤੇ ਟੈਸਟਾਂ ਦੇ ਵਿੱਚ ਸਾਨੂੰ ਕਾਫੀ ਹੱਦ ਤੱਕ ਉਹਦੇ ਡੇਂਗੂ ਵਿੱਚ ਤਾਂ ਮਦਦ ਮਿਲ ਜਾਂਦੀ ਹੈ। ਚਿਕਨਗੁਨੀਆ ਜ਼ਿਆਦਾਤਰ ਨੈਗੇਟਿਵ ਆਉਂਦਾ, ਕਿਉਂਕਿ ਚਿਕਨਗੁਨੀਆ ਦਾ ਜਿਹੜਾ ਟੈਸਟ ਹੈ 6 ਦਿਨਾਂ ਬਾਅਦ, 7 ਦਿਨਾਂ ਬਾਅਦ ਉਹ ਪੋਜ਼ਿਟਿਵ ਆਉਂਦਾ। ਸੋ ਇਸ ਤਰੀਕੇ ਨਾਲ ਅਸੀਂ ਇਹਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂ। ਇਟ ਇਜ਼ ਆਲਵੇਜ਼ ਬੈਟਰ ਵੀ ਅਸੀਂ ਉਹਦੇ ਵਾਸਤੇ ਹੈਲਥ ਕੇਅਰ ਪ੍ਰੋਫੈਸ਼ਨਲ ਦੀ ਮਦਦ ਦੇ ਨਾਲ ਅਸੀਂ ਉਹਦੇ ਟੈਸਟ ਕਰਾਏ ਜਾਣ। ਡਾਕਟਰ ਸਾਹਿਬ, ਇਹਦਾ ਮਤਲਬ ਤਾਂ ਇਹ ਹੋਇਆ ਹੈ ਕਿ ਅਗਰ ਇਹ ਬੱਚੇ ਚਿਕਨਗੁਨੀਆ ਦਾ ਸ਼ਿਕਾਰ ਛੇਤੀ ਹੋ ਸਕਦੇ ਨੇ, ਇਹਦਾ ਮਤਲਬ ਕਿ ਜਿਹੜਾ ਮੱਛਰ ਹੈ ਜਿਹਨੇ ਵਾਇਰਸ ਕ੍ਰੀਏਟ ਕਰਨਾ, ਉਹ ਜ਼ਿਆਦਾ ਉੱਚੀ ਲੈਵਲ ਤੇ ਫਲਾਈ ਨਹੀਂ ਕਰ ਸਕਦਾ, ਉਹ ਥੱਲੇ ਥੱਲੇ ਫਲਾਈ ਕਰਦਾ। ਮੈਂ ਇਹਦਾ ਜਵਾਬ ਇਸ ਤਰ੍ਹਾਂ ਦੇਵਾਂਗਾ, ਮੱਛਰ ਤਾਂ ਇੱਕੋ ਹੀ ਹੈ, ਮੱਛਰ ਤਾਂ ਵੈਕਟਰ ਹੀ ਹੈ। ਅੱਛਾ ਜੀ। ਉਹਨੇ ਜਿਹੜਾ ਉਹੀ ਮੱਛਰ ਹੈ ਜਿਹੜਾ ਕੱਟਦਾ ਸਵੇਰੇ, ਉਹੀ ਮੱਛਰ ਦਿਨੇ ਵੀ ਕੱਟਦਾ, ਉਹੀ ਸ਼ਾਮ ਨੂੰ ਵੀ ਕੱਟਦਾ। ਮੱਛਰ ਤਾਂ ਇੱਕੋ ਹੀ ਰਹਿਣਾ, ਉਹਨੇ 15 ਤੋਂ 25 ਡਿਗਰੀ ਦੇ ਵਿੱਚ ਉਹਨੇ ਬਰੀਡ ਕਰਨਾ ਔਰ ਫਰੈਸ਼ ਵਾਟਰ 'ਚ ਉਹਨੇ ਬਰੀਡ ਕਰਨਾ। ਸੋ ਜਦੋਂ ਬੱਚੇ ਉੱਠਦੇ ਸਵੇਰ ਥੋੜਾ ਲੇਟ ਉੱਠਦੇ ਨੇ, ਬਜ਼ੁਰਗ ਵੀ ਥੋੜਾ ਜਿਹਾ ਕੋਸ਼ਿਸ਼ ਕਰਦੇ ਆ ਵੀ ਸਿਰਫ 20% ਬਜ਼ੁਰਗ ਸੈਰ ਸ਼ੁਰੂ ਕਰਦੇ ਨੇ, 80% ਬਜ਼ੁਰਗ ਵੀ ਥੋੜਾ ਜਿਹਾ ਬਾਹਰ ਬੂਰ ਘੱਟ ਹੀ ਨਿਕਲਦੇ ਆ। ਪਰ ਡੇ ਟਾਈਮ ਕਿਸੇ ਟਾਈਮ ਵੀ ਇਹ ਮੱਛਰ ਕੱਟ ਸਕਦਾ। ਜਿਹੜਾ ਡੇ ਟਾਈਮ ਕੱਟੇਗਾ ਜ਼ਿਆਦਾਤਰ, ਜਿਹੜਾ ਕੈਰੀ ਕਰਦਾ ਚਿਕਨਗੁਨੀਆ ਦੇ ਫੀਵਰ ਨੂੰ, ਉਹ ਡੇ ਟਾਈਮ ਜ਼ਿਆਦਾਤਰ ਕਿਸੇ ਐਨੀ ਟਾਈਮ ਆਫ ਦਾ ਡੇ ਦੇ ਕੈਨ ਬਾਈਟ। ਛੋਟੇ ਬੱਚਿਆਂ ਦੇ ਵਿੱਚ ਉਹਦੀ ਸਿਵਿਰਿਟੀ ਜ਼ਿਆਦਾ ਹੈ ਔਰ ਛੋਟੇ ਬੱਚੇ ਜਿਹੜੇ ਨੇ, ਜਿਹੜੇ ਡੇਂਗੂ ਦੇ ਨਾਲ ਉਹ ਕੁਦਰਤੀ ਤੌਰ ਤੇ ਇਮਿਊਨ ਨੇ, ਕੁਝ ਉਹਨਾਂ 'ਚ ਐਂਟੀਬੋਡੀਜ਼ ਮਦਰ ਤੋਂ ਆ ਜਾਂਦੀਆਂ। ਸੋ ਬਜ਼ੁਰਗਾਂ ਨੂੰ ਵੀ ਡੇਂਗੂ ਹੋ ਜਾਂਦਾ ਹੈ, ਬਟ ਛੋਟੇ ਬੱਚੇ ਤੇ ਬਜ਼ੁਰਗਾਂ ਦੇ ਵਿੱਚ ਅਗਰ ਚਿਕਨਗੁਨੀਆ ਹੋ ਜਾਏ ਤੇ ਉਹਦੀ ਕੰਪਲਿਕੇਸ਼ਨ ਰੇਟ ਜਿਹੜਾ ਆਮ ਲੋਕਾਂ ਨਾਲ, ਕਿਉਂਕਿ ਉਹਨਾਂ ਦੀ ਬਜ਼ੁਰਗਾਂ ਦੀ ਇਮਿਊਨਿਟੀ ਖਤਮ ਹੋ ਰਹੀ ਹੈ, ਕਿਉਂਕਿ ਬੋਡੀ ਦੇ ਵਿੱਚ ਉਨੀ ਤਾਕਤ ਨਹੀਂ ਰਹੀ, ਅੰਗਾਂ ਦੇ ਵਿੱਚ ਆਪਸ 'ਚ ਤਾਲਮੇਲ ਘਟ ਗਿਆ, ਕੋਈ ਨਾ ਕੋਈ ਅੰਗ ਦੇ ਨਾਲ ਕੋਈ ਬਿਮਾਰੀ ਜੁੜ ਗਈ ਹੈ, ਕੋਮੋਰਬਿਡ ਕੰਡੀਸ਼ਨਸ ਆ ਗਈਆਂ, ਤੇ ਬੱਚਿਆਂ ਦੇ ਵਿੱਚ ਅਜੇ ਇਮਿਊਨਿਟੀ ਬਣੀ ਨਹੀਂ ਹੈ। ਸੋ ਅੰਦਰ ਉਹਦੇ ਅਗੇਂਸਟ ਐਂਟੀਬੋਡੀਜ਼ ਘੱਟ ਨੇ। ਜੇ ਬੱਚਿਆਂ ਨੂੰ ਅਗਰ ਚਿਕਨਗੁਨੀਆ ਹੋ ਜਾਏ, ਬੁਖਾਰ ਤੇਜ਼ ਹੋ ਜਾਏ, ਤੇ ਉਹਦੇ ਨਾਲ ਉਹਨਾਂ ਦੀ ਜਿਹੜੀ ਕੰਪਲਿਕੇਸ਼ਨ ਰੇਟ, ਖਾਸ ਕਰਕੇ ਬ੍ਰੇਨ ਤੇ ਇਫੈਕਟ ਕਰਨਾ, ਕੰਪਲਿਕੇਸ਼ਨ ਜਿੱਦਾਂ ਲੰਗ ਇਨਫੈਕਸ਼ਨ ਔਰ ਈਵਨ ਨਿਮੋਨੀਆ ਔਰ ਸੈਕੰਡਰੀ ਇਨਫੈਕਸ਼ਨਸ ਔਰ ਬਲੀਡਿੰਗ ਲੈਟਰਿਨ ਰਸਤੇ, ਨੱਕ ਰਸਤੇ, ਮੂੰਹ ਥਾਣੀ, ਕੁਝ ਵੀ ਪ੍ਰੋਬਲਮ ਇਸ ਤਰ੍ਹਾਂ ਦੀ ਹੋਣ ਦੀ, ਸੈਪਟੀਸੀਮੀਆ ਹੋਣ ਦੀ ਸੰਭਾਵਨਾ, ਜਾਂ ਈਵਨ ਐਨਸੈਫਲਾਈਟਸ ਹੋਣ ਦਾ ਡਰ ਹੁੰਦਾ, ਕਿਉਂਕਿ ਵਾਇਰਲ ਐਨਸੈਫਲਾਈਟਸ ਬੱਚਿਆਂ 'ਚ ਜ਼ਿਆਦਾ ਪ੍ਰੋਨ ਹੈ, ਕਿਉਂਕਿ ਉਹਨਾਂ ਦਾ ਬਲੱਡ ਬ੍ਰੇਨ ਬੈਰੀਅਰ ਇੰਨਾ ਵਧੀਆ ਡਿਵੈਲਪ ਨਹੀਂ ਹੋਇਆ ਹੁੰਦਾ। ਔਰ ਜਿਹੜੀ ਇਨਫੈਕਸ਼ਨ ਹੈ, ਜਿਹੜੀ ਬਲੱਡ ਦੇ ਵਿੱਚ ਜਿਹੜੀ ਬੋਡੀ ਦੇ ਅੰਦਰ ਵਾਸਕੂਲਾਈਟਸ ਕਰ ਰਹੀ ਹੈ, ਉਹੀ ਇਨਫੈਕਸ਼ਨ ਬ੍ਰੇਨ 'ਚ ਜਾ ਕੇ ਉਹਨਾਂ ਬੱਚਿਆਂ 'ਚ ਐਨਸੈਫਲਾਈਟਸ ਕਰਨ ਦੀ ਚਾਂਸਿਸ ਵੱਧ ਜਾਂਦੇ ਨੇ। ਸਾਰੇ ਬੱਚਿਆਂ 'ਚ ਨਹੀਂ ਹੁੰਦਾ, ਪਰ ਕਾਫੀ ਬੱਚੇ ਸਾਡੇ ਕੋਲ ਆ ਰਹੇ ਨੇ ਜਿਨ੍ਹਾਂ ਨੂੰ ਇਹ ਬਿਮਾਰੀ ਹੋ ਰਹੀ ਹੈ। ਡਾਕਟਰ ਸਾਹਿਬ, ਇੱਕ ਗੱਲ ਦੀ ਤੇ ਸਮਝ ਆ ਗਈ ਕਿ ਇਹ ਦੋਵੇਂ ਜਿਹੜੇ ਬੁਖਾਰ ਨੇ, ਚਾਹੇ ਚਿਕਨਗੁਨੀਆ ਚਾਹੇ ਡੇਂਗੀ ਹੈ, ਇਹ ਦੋਵੇਂ ਬੜੇ ਡੇਂਜਰਸ ਨੇ, ਪਰ ਇਹਨਾਂ ਦੋਵਾਂ 'ਚੋਂ ਜ਼ਿਆਦਾ ਡੇਂਜਰਸ ਕਿਹੜਾ ਔਰ ਘੱਟ ਡੇਂਜਰਸ ਕਿਹੜਾ? ਬਾਬਾ ਸਾਹਿਬ, ਬੜਾ ਲੌਜੀਕਲੀ ਇਹ ਸਵਾਲ ਪੁੱਛਿਆ ਤੁਸੀਂ ਔਰ ਇਹਦਾ ਜਵਾਬ ਦੇਣਾ ਬੜਾ ਮੁਸ਼ਕਿਲ ਹੈ। ਐਕਚੁਅਲੀ ਕੀ ਹੈਗਾ ਵੀ ਜਿਹੜੀ ਡਿਜ਼ੀਜ਼ ਹੈ ਉਹ ਇੱਕ ਵੇਦਨਾ ਦੀ ਤਰ੍ਹਾਂ ਸਾਨੂੰ ਮਿਲਦੀ ਹੈ। ਵੇਦਨਾ ਦਾ ਮਤਲਬ ਆ ਵੀ ਅਸੀਂ ਆਪਣੇ ਸਰੀਰ ਨੂੰ ਜਾਣਦੇ ਹਾਂ, ਔਰ ਜਿੰਨਾ ਚਿਰ ਸਾਨੂੰ ਕੋਈ ਵੇਦਨਾ ਨਹੀਂ ਮਿਲਦੀ ਅਸੀਂ ਜਾਣਦੇ ਨਹੀਂ। ਵੇਦਨਾ ਇੱਕ ਹਿੰਦੀ ਦਾ ਲਫ਼ਜ਼ ਆ ਜਾਂ ਸੰਸਕ੍ਰਿਤ ਦਾ ਲਫ਼ਜ਼ ਆ ਜਿਹਦਾ ਮਤਲਬ ਜਾਣਨਾ। ਜਦੋਂ ਸਾਡੇ ਅੰਦਰ ਕੋਈ ਆਲਰੇਡੀ ਕੋਈ ਡਿਜ਼ੀਜ਼ ਪਲਦੀ ਪਈ ਹੈ, ਜਿੰਨਾ ਮਰਜ਼ੀ ਕੋਈ ਸਾਨੂੰ ਜਗਾਏ ਅਸੀਂ ਨਹੀਂ ਜਾਗਦੇ, ਜਿੰਨਾ ਮਰਜ਼ੀ ਕੋਈ ਸਾਨੂੰ ਕਹੇ ਵੀ ਭਾਜੀ ਤੁਸੀਂ ਇਹ ਕਰੋ, ਨੋਬਡੀ ਲਿਸਨਸ। ਜਦੋਂ ਅਸੀਂ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਬਾਸੀਆਂ ਮਾਰਨੇ ਸ਼ੁਰੂ ਹੋ ਜਾਂਦੇ ਆ। ਫਿਰ ਪਰਮਾਤਮਾ ਕੋਲ ਤਾਂ ਇੱਕੋ ਹੀ ਜ਼ਰੀਆ ਹੈਗਾ, ਉਹਨੇ ਕੋਈ ਨਾ ਕੋਈ ਉਹਨੂੰ ਚੇਤਨਾ ਦੇਣੀ ਹੈ ਵੀ ਜਾਗ, ਉੱਠ, ਸਿੱਖ, ਕੁਝ ਕਰ, ਆਪਣਾ ਖਿਆਲ ਰੱਖ। ਜੇ ਵਜਨ ਜ਼ਿਆਦਾ, ਵਜਨ ਘਟਾ, ਸ਼ੂਗਰ ਕੰਟਰੋਲ ਕਰ, BP ਕੰਟਰੋਲ ਕਰ। ਸੋ ਡੇਂਜਰਸ ਅਸੀਂ ਉਹਨਾਂ ਨੂੰ ਕਹਿੰਦੇ ਆ ਜਿਹੜਾ ਬੰਦਾ ਤਿਆਰ ਹੀ ਨਹੀਂ ਹੈ, ਜਿਹੜਾ ਆਪਣੇ ਵਾਸਤੇ ਤਿਆਰ ਹੀ ਨਹੀਂ ਹੈ। ਇਸ ਕਰਕੇ ਡੇਂਜਰਸ ਬੱਚਿਆਂ ਵਾਸਤੇ ਤਾਂ ਚਿਕਨਗੁਨੀਆ ਡੇਂਜਰਸ ਹੈ, ਤੇ ਸਿਆਣਿਆਂ ਵਾਸਤੇ ਸਮਝ ਲਓ ਦੋਨੋਂ ਹੀ ਡੇਂਜਰਸ ਨੇ, ਡੇਂਗੂ ਵੀ ਤੇ ਚਿਕਨਗੁਨੀਆ ਵੀ। ਸੋ ਡੇਂਜਰ ਵਾਈਜ਼ ਡੇਂਗੂ ਦੀ ਕੰਪਲਿਕੇਸ਼ਨਾਂ ਜ਼ਿਆਦਾ ਨੇ, ਖਾਸ ਕਰਕੇ ਡੇਂਗੂ ਦੇ ਵਿੱਚ 2 ਕੰਪਲਿਕੇਸ਼ਨਾਂ ਬੜੀਆਂ ਨੋਨ ਨੇ।
ਪਹਿਲੀ ਕੰਪਲਿਕੇਸ਼ਨ ਹੈ ਵੀ ਜਿਹੜੇ ਵਿੱਚ ਡੈਂਗੂ ਹੈਮਰੈਜਿਕ ਫੀਵਰ ਹੋ ਜਾਂਦਾ, ਮੰਨ ਲਓ ਪਲੇਟਲੈਟ ਹੀ ਘਟ ਗਏ ਔਰ ਆਲਰੇਡੀ ਪੇਸ਼ੈਂਟ ਨੂੰ ਸਿਰੋਸਿਸ ਹੈ, ਤੇ ਉਹਦੇ ਅੱਗੇ ਹੀ ਉਹਦੇ ਕਲੋਟਿੰਗ ਫੈਕਟਰ, ਬਲੀਡਿੰਗ ਫੈਕਟਰ ਡਿਸਟਰਬਡ ਨੇ, ਲਿਵਰ ਫੰਕਸ਼ਨ ਡਿਸਟਰਬਡ ਹੈ, ਡੀਕੰਪਨਸੇਟਡ ਲਿਵਰ ਹੈ ਔਰ ਉਹਦੇ ਅੰਦਰ ਅੱਗੇ 10-20% ਲਿਵਰ ਕੰਮ ਕਰਦਾ, ਉਹਦੇ ਵਾਸਤੇ ਤਾਂ ਉਹ ਸਮਝ ਲਓ ਵੀ ਮੌਤ ਦਾ ਸੰਦੇਸ਼ਾ ਹੀ ਹੈ, ਕਿਉਂਕਿ ਉਹਦੇ ਅੱਗੇ ਪਲੇਟਲੈਟ ਘੱਟ ਨੇ, ਕੰਪਰੋਮਾਈਜ਼ਡ ਨੇ, ਪੇਸ਼ੈਂਟ ਹਾਰਟ ਦਾ ਪੇਸ਼ੈਂਟ ਹੈ, ਖੂਨ ਪਤਲਾ ਕਰਨ ਦੀ ਦਵਾਈ ਬਲੱਡ ਥਿਨਰ ਅੱਗੇ ਖਾ ਰਿਹਾ ਵਾ, ਤਾਂ ਉਹਦੇ ਨਾਲ ਉਹਨੂੰ ਜੇ ਕਿਤੇ ਬਲੀਡਿੰਗ ਹੋ ਗਈ ਤੇ ਉਹਦੀ ਰੁਕਣੀ ਨਹੀਂ, ਖਾਸ ਕਰਕੇ ਜੇ ਮੇਜਰ ਬਲੀਡ ਹੋ ਗਿਆ ਤੇ ਉਹਦੀ ਰੁਕਣੀ ਨਹੀਂ। ਬ੍ਰੇਨ ਹੈਮਰੇਜ ਅਸੀਂ ਯੰਗ ਬੱਚਿਆਂ 'ਚ ਦੇਖਿਆ, ਯੰਗ ਲੇਡੀਜ਼ 'ਚ ਦੇਖਿਆ ਬ੍ਰੇਨ ਹੈਮਰੇਜ। ਦੂਸਰਾ ਪ੍ਰੈਗਨੈਂਟ ਲੇਡੀਜ਼ ਦੇ ਵਿੱਚ ਅਗਰ ਚਿਕਨਗੁਨੀਆ ਹੋ ਜਾਏ ਤੇ ਉਹਨਾਂ ਦਾ ਬੱਚਾ ਵੀ ਅਬੋਰਟ ਹੋ ਸਕਦਾ, ਸੋ ਇਹ ਵੀ ਰਿਸਕ ਬੜਾ ਵੱਡਾ ਰਿਸਕ ਹੈ। ਸੋ ਤੀਸਰਾ ਜਿਹੜੇ ਆਲਰੇਡੀ ਪੇਟ ਦੀ ਦਵਾਈ ਖਾ ਰਹੇ ਨੇ, ਜਿਸ ਤਰ੍ਹਾਂ ਪੇਟ ਦੇ ਵਿੱਚ ਅਲਸਰੇਸ਼ਨ ਹੈ ਜਾਂ ਕੁਛ ਹੈ, ਤੇ ਉੱਥੋਂ ਅਲਸਰੇਟਿਵ ਕੋਲਾਈਟਸ ਦੇ ਪੇਸ਼ੈਂਟ ਦੇ ਵਿੱਚ ਬਲੀਡਿੰਗ ਹੋ ਗਈ ਤਾਂ ਉਹਨੂੰ ਕੰਟਰੋਲ ਕਰਨਾ ਬੜਾ ਮੁਸ਼ਕਲ ਹੈ। ਸਮਾਲ ਇੰਟੈਸਟਾਈਨਲ ਬਲੀਡ ਨੂੰ ਕੰਟਰੋਲ ਕਰ ਹੀ ਨਹੀਂ ਸਕਦੇ ਛੇਤੀ, ਲਾਰਜ ਇੰਟੈਸਟਾਈਨ ਨੂੰ ਤਾਂ ਫਿਰ ਵੀ ਤੁਸੀਂ ਉਹਨੂੰ ਥ੍ਰੋਂਬੋਲਾਈਜ਼ ਕਰ ਸਕਦੇ ਹਾਂ, ਅਸੀਂ ਥ੍ਰੋਂਬੋਲਾਈਜ਼ ਨਹੀਂ, ਅਸੀਂ ਉਹਨੂੰ ਕਲੌਟ ਕਰ ਸਕਦੇ ਹਾਂ ਜਾਂ ਉਹਨੂੰ ਅਸੀਂ ਬੰਨ੍ਹ ਸਕਦੇ ਹਾਂ ਜਾਂ ਉਹਨੂੰ ਅਸੀਂ ਕਿਸੇ ਤਰੀਕੇ ਨਾਲ ਉਹਨੂੰ ਕਲੌਟ ਕਰ ਸਕਦੇ ਹਾਂ। ਸਾਡੇ ਔਜ਼ਾਰ ਉੱਥੇ ਪਹੁੰਚ ਜਾਂਦੇ ਨੇ ਕੋਲੋਨੋਸਕੋਪੀ ਦੇ ਨਾਲ ਜਾਂ ਐਂਡੋਸਕੋਪੀ ਨਾਲ, ਪਰ ਸਮਾਲ ਗਟ ਦੀ ਬਲੀਡ ਨੂੰ ਰੋਕਣਾ ਬੜਾ ਮੁਸ਼ਕਲ ਹੈ, ਨਾ ਹੀ ਉਹਦੀ ਸਰਜਰੀ ਕਰ ਸਕਦੇ ਛੇਤੀ। ਸੋ ਪੇਸ਼ੈਂਟ ਆਲਰੇਡੀ ਕੰਪਰੋਮਾਈਜ਼ਡ ਹੈ। ਸੋ ਬੇਸਿਕਲੀ ਸਮਝਣ ਦੀ ਗੱਲ ਇਹ ਹੈ ਵੀ ਆਪਣੇ ਆਪ ਨੂੰ ਅਗਰ ਅਸੀਂ ਕੋਮੋਰਬਿਡ ਕੰਡੀਸ਼ਨਸ 'ਚ ਹੈਗੇ ਹਾਂ ਤਾਂ ਸਾਡਾ ਖਤਰਾ ਦੋਨਾਂ ਕੰਡੀਸ਼ਨ ਦੇ ਵਿੱਚ ਹੀ ਜ਼ਿਆਦਾ ਹੈ। ਡੇਂਗੂ ਦੇ ਵਿੱਚ ਪਹਿਲੇ ਨੰਬਰ ਡੇਂਗੂ ਹੈਮਰੈਜਿਕ ਫੀਵਰ ਤੇ ਡੇਂਗੂ ਸ਼ੌਕ ਡਿਜ਼ੀਜ਼। ਡੇਂਗੂ ਸ਼ੌਕ ਡਿਜ਼ੀਜ਼ ਬੜੀ ਕਾਮਨ ਹੈ ਔਰ ਸਾਰੇ ਵਰਲਡ ਦੇ ਵਿੱਚ 4 ਕਰੋੜ ਲੋਕਾਂ ਨੂੰ ਡੇਂਗੂ ਹੁੰਦਾ। ਚਿਕਨਗੁਨੀਆ ਇੰਨਾ ਨਹੀਂ ਹੁੰਦਾ, 4 ਕਰੋੜ ਲੋਕਾਂ ਨੂੰ ਡੇਂਗੂ ਹੁੰਦਾ। 4 ਕਰੋੜ ਦੇ ਵਿੱਚੋਂ 1 ਕਰੋੜ ਲੋਕਾਂ ਨੂੰ ਹਰ ਸਾਲ ਸਮਝ ਲਓ ਵੀ ਕੰਪਲਿਕੇਸ਼ਨ ਵੀ ਹੁੰਦੀਆਂ ਡੇਂਗੂ ਦੀ, ਜਿਹਦੇ ਵਿੱਚ ਸਾਨੂੰ SDPC ਵਗੈਰਾ ਚੜਾਉਣੇ ਪੈਂਦੇ ਨੇ ਜਾਂ ਉਹਨਾਂ ਦੇ ਵਿੱਚ ਕੋਈ ਪ੍ਰੋਸੀਜਰ ਕਰਕੇ ਤੇ ਉਹਦੀ ਜਾਨ ਬਚਾਉਣੀ ਪੈਂਦੀ ਹੈ। ਸੋ ਤੁਸੀਂ ਇਹ ਸਮਝ ਸਕਦੇ ਹੋ ਵੀ 1 in 1000 ਇਨ ਚਿਕਨਗੁਨੀਆ ਪੇਸ਼ੈਂਟ ਦੀ ਡੈਥ ਹੋ ਸਕਦੀ ਹੈ ਔਰ ਇਹਦੇ ਵਿੱਚ ਵੀ ਜਿਹੜੇ ਡੇਂਗੂ ਪੇਸ਼ੈਂਟ ਨੇ ਉਹਨਾਂ ਦੇ ਵਿੱਚ ਵੀ ਆਲਮੋਸਟ ਸੇਮ ਹੀ ਮੋਰਟੈਲਿਟੀ ਹੈ। ਅਸੀਂ ਕਿਸੇ ਵੀ ਡਿਜ਼ੀਜ਼ ਨੂੰ ਲਾਈਟਲੀ ਨਹੀਂ ਲੈ ਸਕਦੇ। ਵੀ ਹੈਵ ਟੂ ਟੇਕ ਡਿਊ ਪ੍ਰੀਕਾਸ਼ਨਸ, ਪ੍ਰੀਵੈਂਸ਼ਨ ਤੇ ਟ੍ਰੀਟਮੈਂਟ ਪਾਰਟ ਅੰਡਰ ਸੁਪਰਵਿਜ਼ਨ ਆਫ ਏ ਗੁੱਡ ਹੈਲਥ ਕੇਅਰ ਪ੍ਰੋਫੈਸ਼ਨਲ, ਜਿਹਦੇ ਨਾਲ ਕਿ ਉਹਦੀ ਬਿਮਾਰੀ ਨੂੰ ਸ਼ੁਰੂ ਤੋਂ ਪਕੜਿਆ ਜਾਏ ਤੇ ਉਹਦਾ ਸਹੀ ਤਰੀਕੇ ਨਾਲ ਉਹਦਾ ਇਲਾਜ ਕੀਤਾ ਜਾਏ। ਇਸ ਤੋਂ ਪਹਿਲਾਂ ਕਿ ਕਿਸੇ ਵੈਲਿਊਬਲ ਬੰਦੇ ਦੀ ਜਾਨ ਹੱਥੋਂ ਨਿਕਲ ਜਾਏ, ਉਸ ਤੋਂ ਪਹਿਲਾਂ ਹੀ ਉਹਨੂੰ ਡਾਇਗਨੋਸ ਕਰਨਾ, ਉਹਦਾ ਟ੍ਰੀਟਮੈਂਟ ਡਿਊ ਪ੍ਰੀਕਾਸ਼ਨਸ ਲੈਣੀਆਂ ਔਰ ਉਹਨੂੰ ਕਿਸ ਤਰ੍ਹਾਂ ਠੀਕ ਕਰਨਾ ਉਹਦੇ ਬਾਰੇ ਸਾਨੂੰ ਸਮਝਣਾ ਪੈਣਾ। ਬੜਾ ਕੁਝ ਅਸੀਂ ਕਰ ਸਕਦੇ ਹਾਂ ਪੇਸ਼ੈਂਟ ਵਾਸਤੇ, ਉਹਦੇ ਵਿੱਚ ਸਿਰਫ ਡਾਕਟਰ ਦਾ ਰੋਲ ਨਹੀਂ ਹੈ। ਡਾਕਟਰ ਦਾ ਰੋਲ ਤੁਸੀਂ ਸਮਝ ਸਕਦੇ ਹੋ 15% ਹੈ। 15% ਉਹਦੀ ਐਜੂਕੇਸ਼ਨ, 15% ਸਾਡੀ ਆਪਣੀ ਰਿਲੈਕਸੇਸ਼ਨ, ਲਾਈਫ ਦੀ ਰਿਲੈਕਸ ਕਿੱਦਾਂ ਰੱਖਣਾ ਹੈ, ਸਟ੍ਰੈਸ ਰਿਡਕਸ਼ਨ ਔਰ ਲਾਈਫ ਸਟਾਈਲ ਮੇਨਟੇਨੈਂਸ, ਮੋਟੀਵੇਸ਼ਨ। ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਸੋ ਹਰ ਚੀਜ਼ ਦਾ ਰੋਲ ਹੈ, ਸਮਾਜ ਦਾ ਵੀ ਰੋਲ ਹੈ, ਸਾਡੇ ਲੀਡਰਾਂ ਦਾ ਵੀ ਰੋਲ ਹੈ, ਸਾਡੀ ਸਰਕਾਰ ਦਾ ਵੀ ਰੋਲ ਹੈ, ਹੈਲਥ ਕੇਅਰ ਜਿਹੜੇ ਸਾਡੇ ਸਰਕਾਰੀ ਡਿਪਾਰਟਮੈਂਟ ਨੇ ਉਹਨਾਂ ਦਾ ਵੀ ਰੋਲ ਹੈ। WHO ਦੀ ਗਾਈਡਲਾਈਨਸ ਨੂੰ ਵੀ ਫੋਲੋ ਕਰਨਾ ਚਾਹੀਦਾ ਤਾਂ ਕਿ ਇਹ ਸਿਰਫ ਇੰਡੀਆ ਦੀ ਬਿਮਾਰੀ ਨਹੀਂ ਹੈ, ਕਿਉਂਕਿ ਇਹ ਬਿਮਾਰੀਆਂ ਕੋਈ ਸਰਹੱਦ ਨੂੰ ਦੀ ਪ੍ਰੀਕਾਸ਼ਨ ਨਹੀਂ ਲੈਂਦੀਆਂ ਵੀ ਹਿੰਦੁਸਤਾਨ 'ਚ ਤਾਂ ਪਾਕਿਸਤਾਨ 'ਚ ਨਹੀਂ ਹੈ, ਇਹ ਸਾਰੇ ਦੁਨੀਆ 'ਚ ਹੀ ਫੈਲੀ ਹੈ। ਇੱਧਰੋਂ ਅਮਰੀਕਾ ਦੇ ਜਿਹੜਾ ਥੱਲੜਾ ਵਾਲਾ ਹਿੱਸਾ ਅਮਰੀਕਾ ਦਾ, ਅਫਰੀਕਾ ਦਾ ਤੇ ਇੰਡੀਆ, ਸਾਊਥ ਏਸ਼ੀਆ ਦਾ, ਇਹਨਾਂ ਦੇ ਵਿੱਚ ਇਹ ਬਿਮਾਰੀ ਬਹੁਤ ਜ਼ਿਆਦਾ ਐਂਡੈਮਿਕ ਹੈ। ਔਰ ਅੱਜ ਕੱਲ੍ਹ ਜਦੋਂ ਮੀਂਹ ਮੂੰਹ ਜ਼ਿਆਦਾ ਪੈਂਦਾ ਜਾਂ ਐਨੀਮਲ ਜਾਂ ਡੈਥ ਜ਼ਿਆਦਾ ਹੁੰਦੀਆਂ ਜਦੋਂ ਬਰਸਾਤਾਂ ਦੇ ਵਿੱਚ ਫਲੱਡਸ ਵਗੈਰਾ ਨਾਲ, ਉਹਦੇ ਨਾਲ ਇਹ ਬਿਮਾਰੀਆਂ ਹੋਰ ਜ਼ਿਆਦਾ ਫੈਲਦੀਆਂ। ਸੋ ਸਾਡਾ ਆਲਾ ਦੁਆਲਾ ਔਰ ਸਾਡੀ ਇਨਵਾਇਰਨਮੈਂਟ ਔਰ ਸਾਰੇ ਹੈਲਥ ਕੇਅਰ ਪ੍ਰੋਫੈਸ਼ਨਲ ਪਲੱਸ ਸਾਡਾ ਸਮਾਜ ਔਰ ਸਾਡਾ ਹੈਲਥ ਪ੍ਰੀਕਾਸ਼ਨ ਸਾਰੀਆਂ ਇੰਪੋਰਟੈਂਟ ਨੇ। ਡਾਕਟਰ ਸਾਹਿਬ ਤੁਸੀਂ ਬੜੇ ਅੱਛੇ ਤਰੀਕੇ ਦੇ ਨਾਲ ਦੱਸਿਆ ਚਿਕਨਗੁਨੀਆ ਔਰ ਡੇਂਗੂ ਦੇ ਬਾਰੇ। ਇਹਦੀ ਡਾਕਟਰ ਸਾਹਿਬ ਕੋਈ ਪ੍ਰੀਵੈਂਸ਼ਨ ਨੰਬਰ 1, ਨੰਬਰ 2 ਸਾਨੂੰ ਲੋਕਾਂ ਨੂੰ ਆਮ ਇਹ ਸੁਣਨ ਨੂੰ ਮਿਲਦਾ ਕਿ ਜੀ ਮੈਨੂੰ ਪਿਛਲੇ ਸਾਲ ਵੀ ਚਿਕਨਗੁਨੀਆ ਆਇਆ ਸੀਗਾ ਮਈ ਦੇ ਵਿੱਚ, ਇਸ ਸਾਲ ਫਿਰ ਮੈਨੂੰ ਦਰਦਾਂ ਸ਼ੁਰੂ ਹੋ ਗਈਆਂ ਨੇ। ਮੈਨੂੰ ਕਿਸੇ ਨੇ ਕਿਹਾ ਕਿ ਹਰ ਸਾਲ ਇਹਨਾਂ ਦਿਨਾਂ 'ਚ ਤੁਹਾਨੂੰ ਦਰਦਾਂ ਹੋਣਗੀਆਂ, ਜੁਆਇੰਟ ਪੇਨਸ ਹੋਣਗੀਆਂ। ਇਹ ਡਾਕਟਰ ਸਾਹਿਬ ਕੋਈ ਇਹਦੇ ਪਿੱਛੇ ਕੀ ਸੱਚਾਈ ਹੈ? ਵਾਕਈ ਇਹ ਹੈ ਕੁਛ ਕਿ ਗੱਲਾਂ ਹੀ ਨੇ? ਬਾਬਾ ਸਾਹਿਬ ਤੁਸੀਂ ਸਵਾਲ ਬੜਾ ਸਹੀ ਤਰੀਕੇ ਨਾਲ ਤੁਸੀਂ ਪੁੱਛਿਆ ਵੀ ਆਮ ਬੰਦਿਆਂ ਨੂੰ ਇਹ ਦਿੱਕਤ ਰਹਿੰਦੀ ਹੈ, ਖਾਸ ਕਰਕੇ ਜਿਨ੍ਹਾਂ ਨੂੰ ਅੱਗੇ ਵੀ ਜੁਆਇੰਟ ਪੇਨਸ ਰਹਿੰਦੀਆਂ ਨੇ। ਆਲਰੇਡੀ ਜਿਹੜੇ ਪੇਸ਼ੈਂਟ ਦੇ ਘੁਟਨੇ ਖਰਾਬ ਹੈ, ਏੜੀਆਂ ਦੁਖਦੀਆਂ, ਬਾਹਾਂ ਖਰਾਬ ਨੇ, ਮੋਢੇ ਦੁਖਦੇ ਨੇ, ਉਹਨਾਂ ਦੇ ਵਿੱਚ ਇਹ ਦਿੱਕਤਾਂ ਰਹਿੰਦੀਆਂ। ਜਿਹੜਾ ਇਹ ਬੁਖਾਰ ਹੈ ਅਲੱਗ-ਅਲੱਗ ਫੇਜ਼ਾਂ 'ਚੋਂ ਲੰਘਦਾ ਹੈ।
ਸੋ ਪਹਿਲਾਂ ਹੁੰਦਾ ਫੈਬਰਾਈਲ ਫੇਜ਼, ਜਿਹਦੇ ਵਿੱਚ ਸਭ ਪਾਸੇ ਉਹਦਾ ਬੁਖਾਰ ਹੀ ਬੁਖਾਰ ਹੈ, ਸਾਰਾ ਸਰੀਰ ਹੀ ਤਪਦਾ ਪਿਆ, ਮੂੰਹ ਤਪਦਾ, ਸਿਰ ਤਪਦਾ, ਬਾਹਾਂ ਤਪਦੀਆਂ, ਲੱਤਾਂ ਤਪਦੀਆਂ, ਅੱਗ ਹੀ ਅੱਗ ਸਾਰੇ ਪਾਸੇ, ਰੈਸ਼ ਹੋ ਗਿਆ ਬੋਡੀ 'ਚ। ਸੋ ਪਹਿਲੇ 4-5 ਦਿਨ ਤਾਂ ਇਦਾਂ ਹੀ ਚੱਲਦਾ ਰਹਿੰਦਾ। ਉਹਦੇ ਬਾਅਦ ਆ ਜਾਂਦਾ ਕ੍ਰਿਟੀਕਲ ਫੇਜ਼। ਕ੍ਰਿਟੀਕਲ ਫੇਜ਼ ਦੇ ਵਿੱਚ ਹੁੰਦਾ ਵੀ ਉਦੋਂ ਸੈੱਲ ਸੁੱਲ ਘਟ ਜਾਂਦੇ, ਸਾਰਾ ਸਰੀਰ ਦੇ ਅੰਦਰੋਂ ਨਾੜਾਂ 'ਚੋਂ ਜਿਹੜਾ ਪਾਣੀ ਹੈ ਉਹ ਬਾਹਰ ਨਿਕਲ ਕੇ ਜਿਹੜੀ ਵੈਸਲਸ ਹੁੰਦੀਆਂ ਨੇ ਉਹਨਾਂ 'ਚ ਛੋਟੇ ਮਾਈਨਿਊਟ ਓਪਨਿੰਗਸ ਹੋ ਕੇ ਵਾਸਕੂਲਾਈਟਿਸ ਕਹਿੰਦੇ ਅਸੀਂ, ਉਹ ਬਾਹਰ ਆ ਜਾਂਦੇ। ਉਹਦੇ ਨਾਲ ਸਾਡੇ ਅੰਦਰ ਜਿਹੜੇ ਸੈੱਲ ਨੇ, ਸਭ ਤੋਂ ਪਤਲੇ ਸੈੱਲ ਹੁੰਦੇ ਆ ਪਲੇਟਲੈਟ, ਉਹਨਾਂ ਦਾ ਸਾਈਜ਼ ਹੁੰਦਾ 2.5 ਮਾਈਕਰੋਨਸ। ਸੋ ਜਿਹੜੇ ਬਹੁਤ ਛੋਟੇ ਸੈੱਲ ਨੇ ਉਹ ਸੈੱਲ ਬਾਹਰ ਆ ਜਾਂਦੇ ਨੇ। ਸੋ ਸਾਡੀ ਬੋਡੀ 'ਚ ਸੈੱਲ ਘਟ ਕੇ, ਉਹ ਪੁਰਾਣੀ ਕਹਾਵਤ ਹੈ ਵੈਨ ਦਾ ਕੈਟ ਇਜ਼ ਅਵੇ ਦ ਰੈਟ ਵਿਲ ਪਲੇ। ਉਸੇ ਤਰ੍ਹਾਂ ਹੀ ਜਿਹੜੀ ਬਿਮਾਰੀ ਦੇ ਕੀਟਾਣੂ ਜਿਹੜੇ ਆਲੇ ਦੁਆਲੇ ਸਾਡੇ ਯਮ ਦੇ ਰੂਪ 'ਚ ਘੁੰਮਦੇ ਪਏ ਨੇ, ਉਹ ਬੋਡੀ ਨੂੰ ਅਟੈਕ ਕਰਦੇ ਨੇ ਉਸ ਦੌਰਾਨ। ਅਗਰ ਕੋਈ ਸਾਡੇ ਅੰਦਰ ਕੋਈ ਬਲੀਡਿੰਗ ਪੁਆਇੰਟ ਹੈ ਮੂੰਹ ਦੇ ਵਿੱਚ, ਉੱਥੋਂ ਦੰਦਾਂ ਦੇ ਵਿੱਚ, ਦਾੜਾਂ ਦੇ ਵਿੱਚ, ਪੇਟ ਦੇ ਵਿੱਚ ਕੋਈ ਅਲਸਰ ਹੈ, ਜਾਂ ਅੰਤੜੀਆਂ ਦੇ ਵਿੱਚ ਕੋਈ ਅਲਸਰ ਹੈ, ਜਾਂ ਬਵਾਸੀਰ ਹੈ, ਜਾਂ ਥੱਲੇ ਕੋਲਨ ਦੇ ਵਿੱਚ ਕੋਈ ਅਲਸਰੇਟਿਵ ਕੋਲਾਈਟਸ ਹੈ, ਉੱਥੋਂ ਬਲੀਡਿੰਗ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਇਹ ਸਾਰਾ ਕੁਝ ਤਿਆਰ ਹੁੰਦਾ 5 ਦਿਨਾਂ ਬਾਅਦ, ਜਦੋਂ ਬਿਮਾਰੀ ਸਾਡੇ ਅੰਦਰ ਰਹਿੰਦੀ। ਮੂੰਹ ਪੱਕ ਜਾਂਦਾ, ਸਟੋਮੇਟਾਈਟਸ ਹੋ ਜਾਂਦਾ, ਨੱਕ ਦੇ ਵਿੱਚ ਆਲਰੇਡੀ ਐਪੀਸਟੈਕਸਿਸ ਦਾ ਪੇਸ਼ੈਂਟ ਹੈ ਤਾਂ ਐਪੀਸਟੈਕਸਿਸ ਸ਼ੁਰੂ ਹੋ ਜਾਏਗਾ। ਸੋ ਇਹ ਜ਼ਿਆਦਾਤਰ ਡੇਂਗੂ ਵਾਲੇ ਪੇਸ਼ੈਂਟ 'ਚ ਇਹ ਦਿੱਕਤ ਆਉਂਦੀ। ਸੋ ਜਿਹੜੇ ਦੂਸਰੇ ਨੇ ਚਿਕਨਗੁਨੀਆ ਵਾਲੇ ਪੇਸ਼ੈਂਟ, ਉਹਨਾਂ ਦੇ ਵਿੱਚ ਇਹ ਚੀਜ਼ਾਂ ਥੋੜ੍ਹੀਆਂ ਘੱਟ ਆਉਂਦੀਆਂ। ਬੋਡੀ 'ਚ ਡੇਂਗੂ ਦੇ ਵਿੱਚ ਰੈਸ਼ ਦੇ ਨਾਲ ਖਾਰਿਸ਼ ਬੜੀ ਹੁੰਦੀ ਬੋਡੀ 'ਚ, ਤੋਂ ਖਾਰਿਸ਼ ਹੋਣਾ ਔਰ ਸਾਰਾ ਕੁਝ ਇਨਫਲੇਮੇਸ਼ਨ ਸਾਰੀ ਬੋਡੀ ਦੇ ਵਿੱਚ, ਇਹ ਸਭ ਕੁਝ ਹੁੰਦਾ। ਔਰ ਮੂੰਹ ਸਾਰਾ ਡਰਾਈ ਹੋ ਜਾਂਦਾ, ਪਾਣੀ ਦੀ ਕਮੀ ਹੋ ਜਾਂਦੀ, ਕਿਉਂਕਿ ਸਾਰਾ ਪਾਣੀ ਤਾਂ ਬਾਹਰ ਨਿਕਲ ਜਾਂਦਾ। ਅਗਰ ਪੇਸ਼ੈਂਟ ਡਿਊ ਪ੍ਰੀਕਾਸ਼ਨ ਹੀ ਨਹੀਂ ਲੈਂਦਾ, ਜਦੋਂ ਪਾਣੀ ਘੱਟ ਪੀ ਰਿਹਾ ਵਾ, ਭੁੱਖ ਨਹੀਂ ਲੱਗਦੀ ਉਹਨੂੰ, ਔਰ ਆਪਣੇ ਅੰਦਰ ਹਾਈਡਰੇਟ ਨਹੀਂ ਰਹਿੰਦਾ, ਸੋ ਅਲਟੀਮੇਟਲੀ ਉਹਦੇ ਅੰਦਰ ਕੰਪਲੀਕੇਸ਼ਨਾਂ ਜਿਸ ਤਰ੍ਹਾਂ ਅਕਿਊਟ ਕਿਡਨੀ ਇੰਜਰੀ, ਅਕਿਊਟ ਲਿਵਰ ਇੰਜਰੀ, ਹੈਪੈਟੋਸੈਲੂਲਰ ਫੇਲੀਅਰ, ਇਹੋ ਜਿਹੀਆਂ ਜਿਹੜੀਆਂ ਕਿ ਖਤਰਨਾਕ ਬਿਮਾਰੀਆਂ ਨੇ ਉਹ ਬੋਡੀ ਨੂੰ ਅਟੈਕ ਕਰਦੀਆਂ। ਸੋ ਅਗਰ ਇਹ ਹੋ ਵੀ ਜਾਏ ਕਿਸੇ ਨੂੰ, ਅਗਰ ਉਹ ਆਪਣੀ ਪ੍ਰੀਕਾਸ਼ਨਸ ਔਰ ਅੰਡਰ ਗੁੱਡ ਹੈਲਥ ਕੇਅਰ ਪ੍ਰੋਫੈਸ਼ਨਲ ਉਹ ਆਪਣਾ ਟ੍ਰੀਟਮੈਂਟ ਕਰਵਾਏ, ਤਾਂ ਇਹ 2 ਜਾਂ 3 ਦਿਨਾਂ ਦੇ ਵਿੱਚ ਇਹ ਬਿਮਾਰੀਆਂ ਘਟ ਜਾਂਦੀਆਂ ਨੇ। ਸੋ ਅਗਰ ਪੇਸ਼ੈਂਟ ਆਪਣੇ ਆਪ ਨੂੰ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਫੁੱਲ ਹਾਈਡਰੇਟਿਡ ਰੱਖੇ, ਪਾਣੀ ਜ਼ਿਆਦਾ ਪੀਏ, ਜੂਸੀ ਫਰੂਟਸ ਖਾਏ, ਜੂਸੀ ਸੂਪਸ ਪੀਏ, ਜਿਹਦੇ ਨਾਲ ਉਹਦੇ ਅੰਦਰ ਹਾਈਡਰੇਸ਼ਨ ਪੂਰੀ ਰਹੇ। ਜਿੰਨਾ ਸਾਡਾ ਵੇਟ ਹੈ ਉਹਦਾ 30% ਸਾਨੂੰ ਪਾਣੀ ਡੇਲੀ ਚੇਂਜ ਕਰਨਾ ਪੈਂਦਾ, ਕਿਉਂਕਿ ਪਾਣੀ ਹੀ ਫਲੋ ਬਣਾ ਕੇ ਰੱਖਦਾ। ਬਲੱਡ 'ਚ ਵੀ 70% ਪਾਣੀ ਹੈ, ਸਾਡੇ ਸਰੀਰ 'ਚ ਵੀ 70% ਪਾਣੀ ਹੈ, ਸਾਡੀ ਧਰਤੀ 'ਚ ਵੀ 70% ਪਾਣੀ ਹੈ। ਉਸ ਪਾਣੀ ਦਾ ਜਿੰਨਾ ਸਾਡਾ ਵੇਟ ਹੈ ਉਹਨੂੰ 30% ਸਾਨੂੰ ਪਾਣੀ ਨੂੰ ਹਾਈਡਰੇਟ ਕਰਨ ਲਈ ਚਾਹੀਦਾ। ਔਰ ਇਹੋ ਜਿਹੇ ਪੇਸ਼ੈਂਟ ਨੂੰ ਹਾਈਡਰੇਸ਼ਨ ਹੋਰ ਜ਼ਿਆਦਾ ਚਾਹੀਦੀ ਹੈ। ਸੋ ਜ਼ਿਆਦਾਤਰ ਉਹਨੂੰ ਚੁੱਪ ਕਰਕੇ 2 ਚੀਜ਼ਾਂ ਦਾ ਖਿਆਲ ਰੱਖੇ, ਵੀ ਰੱਬ ਦੇ ਵਿੱਚ ਸ਼ਰਧਾ ਰੱਖੇ, ਡਾਕਟਰ ਦੇ ਵਿੱਚ ਵੀ ਸ਼ਰਧਾ ਰੱਖੇ, ਔਰ ਦੂਸਰੇ ਨੰਬਰ ਸੰਕਲਪ ਜਗਾਏ ਵੀ ਮੈਂ ਕਰਨਾ ਹੈ, ਮੈਂ ਠੀਕ ਹੋਣਾ ਹੈ ਹਰ ਹਾਲਤ 'ਚ। ਨੈਗੇਟਿਵ ਚੀਜ਼ਾਂ ਨਾ ਸੋਚੇ, ਨੈਗੇਟਿਵ ਸੋਚੇਗਾ ਤਾਂ ਉਹ ਆਪਣੀ ਮਰਜ਼ੀ ਕਰੇਗਾ ਔਰ ਗਲਤ ਚੀਜ਼ਾਂ ਪਕੜ ਲਏਗਾ। ਸੋ ਗਲਤ ਚੀਜ਼ਾਂ ਨਾਲ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੈ। ਸੋ ਤੀਸਰੀ ਚੀਜ਼ ਹੈ, ਇੱਕ ਅੱਛਾ ਅਨੁਯਾਈ ਦੀ ਤਰ੍ਹਾਂ, ਇੱਕ ਅੱਛੇ ਸ਼ਿਸ਼ੇ ਦੀ ਤਰ੍ਹਾਂ, ਇੱਕ ਅੱਛੇ ਬੰਦੇ ਦੀ ਤਰ੍ਹਾਂ ਆਪਣੇ ਟੀਚਰ ਦੀ ਗੱਲ ਨੂੰ ਚੰਗੀ ਤਰ੍ਹਾਂ ਉਹਨੂੰ ਫੋਲੋ ਕਰੇ, ਤਾਂ ਆਪਣੀਆਂ ਇਹ ਕੰਪਲੀਕੇਸ਼ਨਾਂ ਤੋਂ ਅਸੀਂ ਬਚਾਅ ਕਰ ਸਕਦੇ ਹਾਂ। ਸੋ ਇੱਕ ਕੰਪਲੀਕੇਸ਼ਨ ਹੋਰ ਬੜੀ ਜ਼ਬਰਦਸਤ ਆ ਰਹੀ ਹੈ ਜਿਹੜੀ ਅਸੀਂ ਆਮ ਦੇਖ ਰਹੇ ਹਾਂ ਆਫਟਰ ਫੀਵਰ, ਉਹ ਆ ਰਿਹਾ ਗੁਲਨਬੈਰੀ ਸਿੰਡਰਮ। ਉਹਦੇ ਵਿੱਚ ਕੀ ਹੁੰਦਾ ਹੈ, ਜ਼ਿਆਦਾਤਰ ਜਿਹੜੇ ਨੈਗੇਟਿਵ ਸੋਚਾਂ ਵਾਲੇ ਬੰਦੇ ਨੇ, ਜਿਨ੍ਹਾਂ ਦੇ ਵਿੱਚ ਪੈਸੀਮਿਸਟਿਕ ਥੋਟਸ ਰਹਿੰਦੀਆਂ, ਜਿਹੜੇ ਹਰ ਚੀਜ਼ ਦੇ ਵਿੱਚ 2 ਭਾਵ ਰੱਖਦੇ ਨੇ, ਜਿਹੜੇ ਸੋਚਦੇ ਰਹਿੰਦੇ ਇਹ ਕਰੀਏ ਕਿ ਇਹ ਕਰੀਏ। 2 ਭਾਵਾਂ ਦਾ ਮਤਲਬ ਹੁੰਦਾ ਵੀ ਅਸੀਂ 2 ਚੀਜ਼ਾਂ 'ਚ ਡੁੱਬੇ ਨੇ, ਤੇ ਨਰਕ ਸਵਰਗ ਦੀ ਪਰਿਭਾਸ਼ਾ 'ਚ ਅਸੀਂ ਡੁੱਬੇ ਹੋਏ ਨੇ, ਆ ਚੰਗਾ ਵਾ ਇਹ ਮਾੜਾ ਵਾ। ਉਹ ਬੰਦਿਆਂ ਨੂੰ ਅਵੇਅਰਨੈਸ ਘੱਟ ਹੈ, ਉਹ ਇਸ ਕਰਕੇ ਉਹ 2 ਚੀਜ਼ਾਂ ਵੱਲ ਸੋਚਦੇ ਨੇ। ਸੋ 2 ਚੀਜ਼ਾਂ ਵੱਲ ਸੋਚਣ ਵਾਲਿਆਂ ਦੇ ਵਿੱਚ ਉਹਨਾਂ ਦੀ ਬੋਡੀ ਦੇ ਅੰਦਰ ਜਿਹੜਾ ਮੇਨ ਨਰਵਸ ਸਿਸਟਮ ਹੈ ਉਹੀ ਵੀਕ ਹੋ ਜਾਂਦਾ। ਉਹਨਾਂ ਦੇ ਵਿੱਚ ਇੱਕ ਬਿਮਾਰੀ ਆਉਂਦੀ ਗੁਲਨਬੈਰੀ ਸਿੰਡਰਮ। ਅਸੀਂ ਪਿਛਲੇ ਦਿਨਾਂ ਦੇ ਵਿੱਚ 3 ਪੇਸ਼ੈਂਟ ਤੋਂ ਲੈ ਕੇ ਸੀਰੀਅਸ ਪੇਸ਼ੈਂਟ ਜਿਹੜੇ 3 ਜਿਨ੍ਹਾਂ ਦੇ ਵਿੱਚ ਅਸੀਂ ਗੁਲਨਬੈਰੀ ਸਿੰਡਰਮ ਦੇਖਿਆ, ਜਿਨ੍ਹਾਂ ਦੀ ਲੱਤਾਂ ਖਲੋ ਗਈਆਂ, ਬਾਹਾਂ ਖਲੋ ਗਈਆਂ, ਸਾਹ ਬੰਦ ਹੋ ਗਿਆ, ਸਾਨੂੰ ਟ੍ਰੈਕੀਓਸਟਮੀ ਕਰਕੇ ਉਹਨਾਂ ਨੂੰ ਵੈਂਟੀਲੇਟ ਕਰਨਾ ਪਿਆ। ਔਰ ਬੜੀ ਮੁਸ਼ਕਲ ਦੇ ਨਾਲ ਅਸੀਂ ਉਹ ਛੋਟੀ ਕੁੜੀ ਇੱਕ ਵਿਚਾਰੀ ਪੇਪਰ ਦੇ ਰਹੀ 17 ਸਾਲ ਦੀ, ਉਹਨੂੰ ਹੋਇਆ, ਉਹਨੂੰ ਬਚਾਇਆ। ਫਿਰ ਇੱਕ ਬਜ਼ੁਰਗ ਬੰਦਾ ਦਰਬਾਰ ਸਾਹਿਬ 'ਚ ਪਾਠੀ, ਉਹਨੂੰ ਅਸੀਂ 55-60 ਸਾਲ ਦੀ ਉਮਰ, ਉਹਨੂੰ ਅਸੀਂ ਇੰਜੈਕਸ਼ਨ ਦੇ ਕੇ ਉਹਦੇ ਇਮਿਊਨੋਗਲੋਬੁਲਿਨਸ ਤੇ ਜਿਹੜੇ ਕਿ ਉਸ ਬਿਮਾਰੀ ਨੂੰ ਕਵਰ ਕਰਦੇ ਨੇ, ਉਹ ਸਾਨੂੰ ਦੇ ਕੇ ਸਾਨੂੰ ਉਹਦੇ ਨਾਲ ਅਸੀਂ ਉਸ ਪੇਸ਼ੈਂਟ ਨੂੰ ਅਜੇ ਵੀ ਉਹ ਕਨਵਲੈਸੈਂਸ 'ਚ ਨੇ। ਹਾਂ, ਵਿਦ ਦਾ ਗ੍ਰੇਸ ਆਫ ਆਲਮਾਈਟੀ, ਦੇ ਵਾਹਿਗੁਰੂ ਦਾ ਸ਼ੁਕਰ ਆ ਵੀ ਉਹਦਾ ਬਚਾਅ ਹੋ ਗਿਆ, ਕਿਉਂਕਿ ਸਾਰੀ ਉਮਰ ਵਿਚਾਰਾ ਦਰਬਾਰ ਸਾਹਿਬ 'ਚ ਪਾਠੀ ਕਰਦਾ ਰਿਹਾ, ਤੇ ਉਸੇ ਤਾਕਤ ਨੇ ਉਹਨੂੰ ਉਹਦੇ ਅੰਦਰ ਤਾਕਤ ਪਾਤੀ। ਬਟ ਉਹਦੇ ਉਹਨਾਂ ਦੋਨਾਂ 'ਚ ਮੈਂ 2 ਚੀਜ਼ਾਂ ਦੇਖੀਆਂ, ਨੈਗੇਟਿਵਿਟੀ ਔਰ 2 ਭਾਵ। ਅਸੀਂ ਆਪਣੇ ਅੰਦਰ ਇੱਕ ਭਾਵ ਰੱਖੀ ਹੈ ਵੀ ਅਸੀਂ ਠੀਕ ਹੋਣਾ ਹੈ, ਚੜ੍ਹਦੀ ਕਲਾ 'ਚ ਰਹਿਣਾ ਹੈ, ਰਾਧਾ ਭਾਵ 'ਚ ਰਹਿਣਾ ਹੈ, ਚੰਗੀਆਂ ਚੀਜ਼ਾਂ ਨੂੰ ਫੋਲੋ ਕਰਨਾ ਹੈ, ਸ਼ਰਧਾ ਜਗਾਣੀ, ਕੋਈ ਗੱਲ ਨਹੀਂ।
जीना, हंसना भी है, रोना भी है, सुख दुख से भरी है ये ज़िंदगी। जरा जी के तो देखो, जे जीना है तो सब कुछ मिलता ही रहना है। सो कोई नहीं, तेरा भाना मीठा लागे, दाई भी डन, परमात्मा की मर्जी चलनी है, भली करे करतार। तो ਉਹਦੇ ਨਾਲ ਅਸੀਂ उस चीज़ ਨੂੰ समझ सकते हैं, शरधा जगा सकते हैं, अपने आप ਨੂੰ ਅਸੀਂ ਬਿਹਤਰ ਤਰੀਕੇ ਨਾਲ ਡੀਲ ਕਰ ਸਕਦੇ ਹਾਂ। ਬਿਮਾਰੀਆਂ ਨੇ ਤੇ ਆਉਂਦੇ ਜਾਂਦੇ ਰਹਿਣਾ, ਮੌਸਮਾਂ ਨੇ ਬਦਲਦੇ ਰਹਿਣਾ, ਪਿਆਰ ਨਾਲ ਆਉਂਦੀਆਂ ਬਿਮਾਰੀਆਂ ਤੇ ਪਿਆਰ ਨਾਲ ਹੀ ਚਲੀ ਜਾਂਦੀਆਂ। ਡਾਕਟਰ ਸਾਹਿਬ ਤੁਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਸਾਰਾ ਇਸ ਸਬਜੈਕਟ ਦੇ ਉੱਤੇ ਰੋਸ਼ਨੀ ਪਾਈ ਹੈ, ਚਿਕਨਗੁਨੀਆ ਔਰ ਡੇਂਗੂ ਦੇ ਉੱਤੇ। ਮੇਰੀ ਇੱਕ ਰਿਕੁਐਸਟ ਹੈ ਕਿ ਹੁਣ ਲਾਸਟ ਜਿਹੜਾ ਅਸੀਂ ਸਮ ਅਪ ਕਰਨਾ, ਤੁਸੀਂ ਜੋ ਆਪਣੇ ਵੱਲੋਂ ਸਾਡੇ ਸਰੋਤਿਆਂ ਨੂੰ ਐਡਵਾਈਸ ਕਰਨੀ ਚਾਹੋ ਚਿਕਨਗੁਨੀਆ ਔਰ ਡੇਂਗੂ ਦੇ ਮੁਤਲਕ, ਉਹ ਪਲੀਜ਼ ਸਾਨੂੰ ਤੁਸੀਂ ਐਡਵਾਈਸ ਕਰੋ। ਦੇਖੋ ਬਾਬਾ ਸਾਹਿਬ, ਗੱਲ ਤਾਂ ਬੈਨੀਡਿਕਸ਼ਨ ਤੇ ਮੁੱਕਦੀ ਹੈ। ਬੈਨੀਡਿਕਸ਼ਨ ਮੀਨਸ ਕੈਰੀ ਹੋਮ ਮੈਸੇਜ, ਵੀ ਅਸੀਂ ਸਭ ਗੱਲਬਾਤ ਦਾ ਨਤੀਜਾ ਤਾਂ ਹੀ ਟੋਟਲ ਮਿਲੇਗਾ ਜਿੱਦਾਂ ਪਰਮਾਤਮਾ ਟੋਟਲ ਚੀਜ਼ਾਂ ਪੈਦਾ ਕਰਦਾ ਹੈ, ਤੇ ਸਾਡੀ ਗੱਲਬਾਤ ਵੀ ਤਾਂ ਹੀ ਨਤੀਜੇ ਤੇ ਪਹੁੰਚਦੀ ਹੈ ਵੀ ਜੇ ਇਸ ਗੱਲਬਾਤ ਦੇ ਨਾਲ ਸਾਡੀ ਆਵਾਜ਼ ਆਮ ਦੁਨੀਆ ਤੱਕ ਪਹੁੰਚੇ, ਵੀ ਜਿਹੜੇ ਕਰਨ ਵਾਲੇ ਔਰ ਭੁਗਤਣ ਵਾਲੇ ਵੀ ਅਸੀਂ ਲੋਕ ਹੀ ਹਾਂ, ਕਰਦੇ ਵੀ ਅਸੀਂ ਹਾਂ, ਭੁਗਤਦੇ ਵੀ ਅਸੀਂ ਹਾਂ। ਜੋ ਅਸੀਂ ਵੰਡਾਂਗੇ ਉਹੀ ਅਸੀਂ ਪਾਵਾਂਗੇ, ਜੋ ਆਵਾਜ਼ ਅਸੀਂ ਕਾਇਨਾਤ ਨੂੰ ਦੇਵਾਂਗੇ ਉਹੀ ਆਵਾਜ਼ ਸਾਡੇ ਕੋਲ ਵਾਪਸ ਆਏਗੀ। ਜੇ ਹਵਾ ਦੇ ਵਿੱਚ ਅਸੀਂ ਫੁੱਲ ਵਕਨ ਖੁਸ਼ਬੂ ਛੱਡਾਂਗੇ ਤੇ ਖੁਸ਼ਬੂ ਹੀ ਸਾਡੀ ਦੂਰ ਤੱਕ ਪਹੁੰਚੇਗੀ। ਸੋ ਫੁੱਲਾਂ ਵਕਨ ਹੀ ਸਾਨੂੰ ਆਪਣੇ ਲੱਭ ਖੋਲ੍ਹਣੇ ਚਾਹੀਦੇ ਆ ਤੇ ਖੁਸ਼ਬੂ ਦੀ ਤਰ੍ਹਾਂ ਹੀ ਸਾਨੂੰ ਬੋਲਣਾ ਚਾਹੀਦਾ। ਦੂਸਰੇ ਦੇ ਅਲਫਾਜ਼ ਨੂੰ ਅਸੀਂ ਪਰਖਣਾ ਨਹੀਂ ਹੈ, ਅਸੀਂ ਆਵਾਜ਼ ਨੂੰ ਆਪਣੇ ਅੰਦਰ ਤੋਲਣਾ ਨਹੀਂ ਹੈ, ਅਸੀਂ ਅਲਫਾਜ਼ ਦੀ ਗਹਿਰਾਈ ਤੱਕ ਜਾਣਾ ਹੈ ਤੇ ਉਹਦੇ ਮਗਰ ਉਹਦਾ ਕੀ ਨਤੀਜਾ ਨਿਕਲਦਾ ਉਹਦੇ ਵੱਲ ਅਸੀਂ ਸਮਝਣਾ। ਸੋ ਪਹਿਲੀ ਚੀਜ਼ ਤਾਂ ਜਨਤਾ ਜਨਾਰਦਨ ਵਾਸਤੇ ਇਹ ਹੈ ਵੀ ਅਸੀਂ ਆਪਣੇ ਆਲੇ ਦੁਆਲੇ ਕੋਈ ਪਾਣੀ ਖੜਾ ਨਹੀਂ ਹੋਣ ਦੇਣਾ, ਕਿਉਂਕਿ ਇਹ ਜਿਹੜੇ ਵਾਇਰਸ ਹੈ ਇਹ ਉਸ ਮੱਛਰ ਤਾਂ ਨਹੀਂ ਫੈਲਦਾ, ਮੱਛਰ ਤਾਂ ਸਿਰਫ ਫੈਲਾਉਂਦਾ ਹੀ ਹੈ, ਜੋ ਉਹਨੂੰ ਕੰਮ ਦਿੱਤਾ ਰੱਬ ਨੇ ਉਹਨੇ ਉਹੀ ਕਰਨਾ। ਸੋ ਮੱਛਰ ਨੇ ਤਾਂ ਉਹ ਪਾਣੀ ਦੇ ਵਿੱਚ ਉਹਨੇ ਫੈਲਣਾ ਜਿਹੜਾ ਫਰੈਸ਼ ਵਾਟਰ ਹੈ। ਅਗਰ ਕਿਸੇ ਗਮਲੇ 'ਚ ਕੂਲਰ 'ਚ ਕਿਤੇ ਵੀ ਪਾਣੀ ਖੜਾ ਵਾ, ਉਸ ਪਾਣੀ ਦੇ ਵਿੱਚ DDT ਦਾ ਛਿੜਕਾਅ ਕਰੋ ਜਾਂ ਪਾਣੀ ਨੂੰ ਕੱਢ ਦਿਓ, ਜੇ ਨਹੀਂ ਜ਼ਰੂਰੀ ਹੈ ਤਾਂ ਕੱਢ ਦਿਓ। ਗਮਲਿਆਂ ਦੇ ਵਿੱਚ ਵੀ ਓਵਰ ਪਾਣੀ ਨਾ ਡਾਲੋ, ਅਗਰ ਓਵਰ ਪਾਣੀ ਡਾਲੋਗੇ ਤਾਂ ਮੱਛਰ ਪੈਦਾ ਹੋਏਗਾ ਔਰ ਮੱਛਰ ਜਿਓਮੈਟ੍ਰੀਕਲ ਪ੍ਰੋਗਰੈਸ਼ਨ 'ਚ ਵੱਧਦੇ ਨੇ ਔਰ ਉਹੀ ਮੱਛਰ ਜਿਹੜਾ ਵਾ ਉਹ ਸਾਰੇ ਪਾਸੇ ਬਿਮਾਰੀ ਫੈਲਾ ਦੇਗਾ। ਸੋ ਪਹਿਲਾਂ ਤਾਂ ਆਲੇ ਦੁਆਲੇ ਸਾਨੂੰ ਆਪਣਾ ਹਾਈਜੀਨ ਸਹੀ ਰੱਖਣਾ ਚਾਹੀਦਾ। ਦੂਸਰਾ, ਜਿਹੜੇ ਬਸਤੀਆਂ 'ਚ ਜਾਂ ਛੋਟੇ ਛੋਟੇ ਘਰਾਂ 'ਚ ਲੋਕ ਰਹਿੰਦੇ ਨੇ ਉਹਨਾਂ ਤੋਂ ਇੱਕ ਤੋਂ ਦੂਜੇ ਨੂੰ ਬਿਮਾਰੀ ਜਾਂਦੀ ਹੈ। ਸੋ ਮੰਨ ਲਓ ਘਰ 'ਚ ਇੱਕ ਜਣੇ ਨੂੰ ਹੋ ਗਿਆ ਕਿਸੇ ਨੂੰ ਡੇਂਗੂ ਜਾਂ ਚਿਕਨਗੁਨੀਆ, ਡਾਕਟਰ ਸਾਹਿਬ ਨੇ ਕਹਿ ਦਿੱਤਾ ਵੀ ਤੁਹਾਡੇ ਪੇਸ਼ੈਂਟ ਨੂੰ ਚਿਕਨਗੁਨੀਆ ਜਾਂ ਡੇਂਗੂ ਹੈ, ਤਾਂ ਬਾਕੀ ਪ੍ਰੀਕਾਸ਼ਨਸ ਲੈਣ, ਆਪਣੇ ਆਲੇ ਦੁਆਲੇ ਆਪਣੇ ਹੱਥਾਂ ਪੈਰਾਂ ਨੂੰ ਜਾਂ ਨੰਗੇ ਏਰੀਆ ਨੂੰ ਕਵਰ ਕਰ, ਪੂਰੀ ਬਾਹਾਂ ਵਾਲੇ ਕੱਪੜੇ ਲਾਉਣ, ਮੱਛਰ ਦਾ ਨੈਟ ਲਗਾਉਣ ਜਾਂ ਆਪਣਾ ਜਿਹੜੀ ਮਾਸਕੀਟੋ ਰਿਪੈਲੈਂਟ ਕਰੀਮ ਆਉਂਦੀ ਹੈ ਉਹ ਲਗਾ ਕੇ ਸੌਣ ਔਰ ਜਿਹੜਾ ਹਿੱਸਾ ਨੰਗਾ ਵਾ ਉਹਨੂੰ ਉਸ ਚੀਜ਼ ਦੇ ਨਾਲ ਉਹ ਰਿਫਰੈਕਟਰੀ ਕਰ ਦੇਣ ਤਾਂ ਕਿ ਉਹ ਬੋਡੀ ਨੂੰ ਅਟੈਕ ਹੀ ਨਾ ਕਰ ਸਕੇ, ਕਿਉਂਕਿ ਉਹ ਬੋਡੀ ਨੂੰ ਅਟੈਕ ਕਰੇਗਾ ਤਾਂ ਸਰੀਰ ਦੇ ਅੰਦਰ ਅਸੀਂ ਜਗ੍ਹਾ ਦੇਵਾਂਗੇ ਉਹਨੂੰ ਤੇ ਆਏਗਾ ਨਾ, ਤੇ ਅਸੀਂ ਆਪਣੇ ਅੰਦਰ ਚੰਗੀ ਚੀਜ਼ ਨੂੰ ਜਗ੍ਹਾ ਦੇਣੀ ਹੈ, ਉਹਦੇ ਵਾਸਤੇ ਅਸੀਂ ਚੰਗੇ ਰਿਸੈਪਟਰਸ ਨੂੰ ਡਿਵੈਲਪ ਕਰਨਾ। ਤੇ ਦੂਸਰਾ, ਅਗਰ ਕਿਸੇ ਨੂੰ ਬੁਖਾਰ ਚੜ੍ਹਦਾ ਉਹ ਆਪਣੀ ਦਵਾਈ ਦੇ ਵਿੱਚ ਜੇ ਕੋਈ ਐਸਪਰੀਨ ਵਗੈਰਾ ਲੈ ਰਿਹਾ, ਹਾਰਟ ਦਾ ਪੇਸ਼ੈਂਟ ਆ, ਆਪਣੇ ਡਾਕਟਰ ਸਾਹਿਬ ਨੂੰ ਕੰਟੈਕਟ ਕਰਕੇ ਉਹ ਐਸਪਰੀਨ ਖਾਣੀ ਕਿ ਨਹੀਂ ਖਾਣੀ ਉਹਦੇ ਬਾਰੇ ਪੁੱਛੋ। ਸਿੰਪਲ ਪੈਰਾਸਟਾਮੋਲ, ਹਾਈਡਰੇਸ਼ਨ, ਜੂਸਿਸ ਔਰ ਜੂਸੀ ਫਰੂਟ ਔਰ ਸਬਜ਼ੀਆਂ ਦਾ ਸੂਪ, ਇਹਦੇ ਨਾਲ ਅਸੀਂ ਆਪਣੇ ਆਪ ਨੂੰ ਬੜੇ ਹੱਦ ਤੱਕ ਠੀਕ ਕਰ ਸਕਦੇ ਹਾਂ। ਹਾਂ, ਇੱਕ ਬਹੁਤ ਜ਼ਿਆਦਾ ਸਮਾਜ ਦੇ ਵਿੱਚ ਇੱਕ ਗੱਲ ਫੈਲੀ ਹੋਈ ਹੈ ਵੀ ਅਸੀਂ ਕੁਝ ਚੀਜ਼ਾਂ ਹਰਬਲ ਅਸੀਂ ਗਲਾਏ ਲਵਾਂਗੇ ਜਾਂ ਹੋਰ ਲਵਾਂਗੇ। ਇੱਕ ਗੱਲ ਨੂੰ ਯਾਦ ਰੱਖੋ, ਜ਼ਿੰਦਗੀ ਪਿਆਰ ਨਾਲ ਮਿਲੀ, ਉਹ ਪਿਆਰ ਨਾਲ ਹੀ ਚੱਲਣੀ ਹੈ। ਅਤੀ ਕਿਸੇ ਚੀਜ਼ ਦੇ ਨਾ ਕਰਿਓ। ਇਹ ਨਾ ਹੋਏ ਲੋਕੀ ਗਲਾਏ ਦੀ ਵੇਲਾਂ ਪਾ ਕੇ ਪਾਣੀ 'ਚ ਪੱਤੇ ਪਾ ਕੇ ਨਿੰਮ ਦੇ ਤੋਂ ਆਪਣੇ ਅੰਦਰ ਦੇ ਲਿਵਰ ਆਪ ਹੀ ਖਰਾਬ ਕਰ ਲੈਂਦੇ ਆ। ਗਲਾਏ ਵੀ ਜਿਹੜਾ ਬੜਾ ਤਗੜਾ ਹੈਪਾਟੋਟੌਕਸਿਕ ਹੈ, ਨਾ ਹੀ ਇਹਨੇ ਸ਼ਰਾਬ ਨੇ ਇਹਨੂੰ ਠੀਕ ਕਰਨਾ। ਹੁਣ ਕੋਈ ਬੰਦਾ ਮੈਨੂੰ ਪੁੱਛਦਾ ਪਿਆ ਸਵੇਰੇ ਵੀ ਮੇਰੇ ਜੋੜਾਂ 'ਚ ਦਰਦਾਂ ਹੁੰਦੀਆਂ ਵੀ ਸ਼ਰਾਬ ਪੀਣ ਨਾਲ ਕਿਆ ਠੀਕ ਹੋ ਜਾਣਗੀਆਂ, ਤਾਂ ਸ਼ਰਾਬ ਪੀਣ ਨਾਲ ਕੀ ਠੀਕ ਹੋਣਾ। ਸੋ ਜੇ ਇश्क करता तो इश्क की तौहीन ना कर, या तो बेहोश ना हो तो या फिर होश में ना हो। जो तो मरना ही है तो फिर पैर मुर्दे पक्के जो सड़क पर डिग्गा पिया। नशे उपरले भी ने जो रब नूं वल चुकते हैं, चढ़ती कला च रखते हैं, तो नशे थले भी ने भी थले भी सुट देंगे ने। सो प्यार नाल जीना, अति कोई नहीं करनी। असी किते फर्स्ट नहीं आना, असी इत्थे ही रहना, इसे दुनिया 'च ही रहना। सो असी अपने आप नूं ही कंट्रोल कर लीए तो असी इन्ना ही बड़ा। एक सदे सब सदे, सब सदे सब जाए। सारिਆਂ ਨੂੰ ਅਸੀਂ ਸਾਧਨ ਦੀ ਕੋਸ਼ਿਸ਼ ਕਰੋਗੇ तो सब भी भज जाएंगे। ज़्यादा कॉम्प्लीकेटेड गल्लां करांगे तो किसी को समझ नहीं आनी, सिंपल जी गल्लां ने। सो मैं एक दो लफ्ज़ां जी कहांगा, बंधन है रिश्तों में, कांटों की तारें हैं, पत्थर के दरवाजे दीवारें, बेलें फिर भी उगती हैं, बेलें फिर भी उगती हैं, वृक्षों के इर्द गिर्द घूम के ऊपर उठती हैं, और गुंचे भी खिलते हैं और चलते हैं अफसाने, किरदार भी मिलते हैं, और रिश्ते दिल थे, वो रिश्ते दिल थे। ये दिल जो है फिर भी मिले रहें और अपने एक दूसरे को हम समझें तो हम बेहतर हो जाएंगे। बाबा जी ने हमें आपसे बुलाया
तो हम आपको उन चीज़ों से मिला रहे हैं जो चीज़ें आपको इस बीमारी से लड़ने के लिए ज़रूरी हैं। सो ये सारी दुनिया अंदर से हम एक परिवार हैं, वासुदेवाय कुटुंब का है, एक दूसरे से हमने कुटुंब की तरह चलना है, परिवार मैत्री का बंधन बनाना है, मित्रता को बढ़ाना है, खुशी को बढ़ाना है और नेकी करनी है। और उसमें उम्मीद नहीं रखनी भाई वापस मुझे कुछ मिलेगा तब भी ठीक है, ना मिलेगा परमात्मा की बड़ी कृपा होती है और परमात्मा जो कृपा देंदा तो छप्पड़ फाड़ के देंदा। सो मैं बाबा साहब का बहुत बहुत शुक्रगुजार हाँ और मैं कैमरा जी वाले अपने भाई साहब का बहुत शुक्रगुजार हाँ और मैं अपने श्रोतिਆਂ ਦਾ शुक्रगुजार हाँ जिन्होंने ने मैनू मौका दिता अपनी गल दिल की दसन का। सो मैं चाहांगा भी परमात्मा अगे अर्ज करदा भी सब नू हैल्थ देवे और हैल्थ नू तुसी इंजॉय भी करो। तुहाडा शरीर ऐदा होवे उच विदेही भाव होवे, शरीर का कोई दुख ही ना होवे और तुहाडा जिहड़ी दिशा उपर होवे और तुसी राधा भाव च रहो और खुश रहो, हासे रहो, बसते रहो। बहुत बहुत शुक्रिया, बहुत बहुत धन्यवाद और सत श्री अकाल। ये सन डॉक्टर शैलेंद्र शर्मा जी जिन्हों ने बड़े अच्छे तरीके दे नाल इस सब्जेक्ट नूं तुहाडे तक पहुँचाया। मैं रिक्वेस्ट करांगा तुहानूं सारिਆਂ ਨੂੰ कि प्लीज़ तुसीं साडे चैनल नूं सबसक्राइब करो, लाइक करो और मैक्सिमम शेयर करो ताकि तुहाडे यार दोस्त मिलन वाले भैन भरा साडा समाज वो भी डॉक्टर साहब दियां जिहड़ियां शिक्षा ने ਉਹਦੇ ਤੋਂ ਫਾਇਦਾ ਲੈ ਸਕੇ ਤੇ ਇਸ ਬਿਮਾਰੀ ਕੋਲੋਂ ਅਸੀਂ ਬਚਿਆ ਕਿਵੇਂ ਜਾ ਸਕਦਾ ਹੈ ਉਹ ਵੀ ਸੋਚਣਾ ਹੈ ਔਰ ਅਗਰ ਹੋ ਜਾਂਦੀ ਹੈ ਤੇ ਫਿਰ ਕੀ ਕਰਨਾ ਹੈ ਉਹ ਵੀ ਡਾਕਟਰ ਸਾਹਿਬ ਨੇ ਬੜਾ ਤਰੀਕੇ ਨਾਲ ਦੱਸਿਆ ਹੈ। ਸੋ ਆਪ ਸਾਰਿਆਂ ਦਾ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ।